सोनिहाल। दर्शकों का एक बार फिर हार्दिक स्वागत। मैं तुहाडा अपना गुरप्रीत सिंह संधू, मेरे नाल ने साथी अर्जुन शर्मा सीनियर पत्रकार ने। असीं इन्हां दे नाल हमेशा चर्चा लैके आईदे समाज के मुद्दों में जिहड़ा इन्हां दे नाल डिस्कस करीदा। ते अज दी खास जिहड़ा विषय अर्जुन जी, इस वेले कुंवर विजय प्रताप सिंह IPS तो रेजिग्नेशन उन्होंने दा और उन्होंने बहुत सारे इंटरव्यूज आ चुकी ने, बड़े खुलासे हो रहे हैं। उन्होंने जो कुछ भी खुलासे जिहड़े सामने आए ने उन्होंने किस तरह देखते हो? उहदे साडा जिहड़ा समाज दा, साडी सियासत दा, साडीआं जिहड़ियां अदालतां दा ये की चेहरे मोहरे जिहड़े नज़र आ रहे? आपां अज दा इस विषय ते गल करांगे। ते सब तो पहले दसो समाजिक तौर ते इहनूं किवें तुसीं देखदे हो? समाज दे किहड़े चेहरा साडा हुंदा सामने? ਸਾਡੇ ਦੇਸ਼ ਵਿੱਚ ਜਦੋਂ ਅੰਗਰੇਜ਼ ਦਾ ਰਾਜ ਸੀ ਨਾ जी, ਅਸੀਂ ਲੋਕ ਸੋਚਦੇ ਹੁੰਦੇ ਸੀ ਕਿ ਆਜ਼ਾਦੀ ਮਿਲੇਗੀ, ਆਜ਼ਾਦ ਫਿਜ਼ਾ 'ਚ ਸਾਹ ਲਵਾਂਗੇ जी, ਔਰ ਉਸ ਆਜ਼ਾਦੀ ਦਾ ਆਨੰਦ ਮਾਣਾਂਗੇ। ਸਾਡੇ ਤੇ ਕਿਸੇ ਵਿਦੇਸ਼ੀ ਆਕ੍ਰਾਂਤਾ ਦਾ ਸ਼ਾਸਨ ਨਹੀਂ ਹੋਏਗਾ। जी, ਉਸ ਵੇਲੇ ਕੁਝ ਸਿਆਣੇ ਲੋਕ ਇਹ ਵੀ ਕਹਿੰਦੇ ਸੀ ਕਿ ਅੰਗਰੇਜ਼ ਦਾ ਸ਼ਾਸਨ ਜਿਹੜਾ ਨਾ जी, ਉਹ ਠੀਕ ਹੈ ਕਿ ਗੁਲਾਮੀ ਹੈ ਔਰ ਨਜ਼ਰ ਇਹ ਆ ਰਿਹਾ ਹੈ ਕਿ ਇਹਨਾਂ ਤੋਂ ਬਚਾਂਗੇ। ਪਰ ਜਿਨ੍ਹਾਂ ਲੋਕਾਂ ਦੇ ਹੱਥ ਸੱਤਾ ਆਈ ਉਹ ਇਹਦਾ ਕੀ ਹਾਲ ਕਰਨਗੇ? ਸ਼ਾਇਦ ਉਹ ਅੰਗਰੇਜ਼ ਜਿੰਨੇ ਇਨਸਾਫ ਪਸੰਦ ਨਾ ਹੋਣ ਜਾਂ ਇਨਸਾਫ ਨਾ ਕਰ ਸਕਣ। ਇਹ ਇੱਕ ਵਿਊ ਸੀ ਕੁਝ जी, ਲੋਕਾਂ ਦਾ। जी, ਇਸ ਕਾਂਡ ਦੇ ਬੇਪਰਦਾ ਹੋਣ ਤੋਂ ਬਾਅਦ ਮਨ 'ਚ ਗਹਿਰੀ ਨਿਰਾਸ਼ਾ ਹੋਈ ਹੈ जी, ਔਰ ਇਸ ਸਿਸਟਮ ਤੋਂ ਦਿਲ ਬਹੁਤ जार ਹੋ ਗਿਆ। कुंवर विजय प्रताप सिंह ने अपनी तो बलि देती है और आप देती है, लेकिन वो इस बलि दे के ना अपनी समाज के सामने वो सवाल छड़ गए है और वो चेहरे और वो सिस्टम को नंगा कर गए है जी, जिस सिस्टम के ऊपर असी लोग जिहड़े हैं वो आशा करके जी, भरोसा करके वोट करते हैं और ये महसूस करते हैं कि शायद साडा आने वाला कल चंगा होएगा। इस सारी जिहड़ी प्रक्रिया दे विच जो होया जी, जी, ਉਹਦੇ 'ਚ बहुत खुलासे भी हो चुके, बहुत विस्तार से भी गल्लां करांगे जी, लेकिन संधू साहब मन निराशा ਨਾਲ ਭਰਿਆ ਹੋਇਆ ਇਹ ਦੇਖ ਕੇ जी, कि ਅਸੀਂ ਇੱਕ ਬਹੁਤ ਖੂਬਸੂਰਤ ਜਿੱਦਾਂ ਸੜਕ ਦੇਖਦੇ ਹਾਂ ਜਿਹਦੇ ਉੱਪਰ ਰੋਜ਼ ਸਫਾਈ ਹੁੰਦੀ ਹੈ, ਫੁੱਲ ਬੂਟੇ ਲਾਏ ਹੋਏ ਹੈ, ਬਹੁਤ ਖੂਬਸੂਰਤ ਹੈ, लेकिन ਉਹਦੇ ਥੱਲੇ ਕੀ ਚੱਲਦਾ ਹੈ? जी, ਇੱਕ ਵਿਅਕਤੀ ਆਂਦਾ ਹੈ ਤੇ ਆ ਕੇ ਉਹਦੇ ਗਟਰ ਜਿਹੜੇ ਹੈ अच्छा, ਉਹ ਖੋਲ ਦਿੰਦਾ ਹੈ ਔਰ ਫਿਰ ਸਾਨੂੰ ਉਸ ਸਾਫ ਸੁਥਰੀ ਫੁੱਲਾਂ ਵਾਲੀ ਖੁਸ਼ਬੂਦਾਰ ਰੋਡ ਦੇ ਉੱਪਰ ਚੱਲਦੇ ਹੋਏ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਸ ਸੜਕ ਦੇ ਉੱਪਰ ਅਸੀਂ ਲੰਘਦੇ ਪਏ ਹਾਂ ਨਾ जी, ਉਹ ਗੰਦ ਔਰ ਸੜਾਂ ਨਾਲ ਭਰੀ ਹੋਈ ਹੈ, ਬਦਬੂ ਹੈ। एक्चुअली दोने जिहड़े पक्ष ने ਉਹਦਾ हमेशा मौजूद रहंदे ने समाज ਦੇ ਵਿੱਚ। जे अच्छे लोग ने तो बुरे भी ने, जे बुरे ने तो अच्छे लोग भी ने। समाज ਦੇ ਵਿੱਚ बहुत कुछ अच्छा भी हो रहा ਹੁੰਦਾ ਤੇ ਨਾਲ ਦੀ ਨਾਲ बहुत कुछ बुरा भी हो रहा ਹੁੰਦਾ। ਗੱਲ ਆਪਾਂ ਕਰਦੇ ਹਾਂ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਅਸੀਂ ਚੋਣ ਕਰਦੇ ਹਾਂ ਲੀਡਰਾਂ ਦੇ, ਇਸ ਆਸ ਨਾਲ ਕਰਦੇ ਹਾਂ ਕਿ ਇਹ ਸਾਡੇ ਸਿਸਟਮ ਨੂੰ ਸੁਧਾਰਨ ਵਾਸਤੇ ਸਾਰਿਆਂ ਲਈ ਇਹੋ ਜਿਹੀਆਂ ਨੀਤੀਆਂ ਲੈ ਕੇ ਆਉਣਗੇ ਜਿਹੜੀਆਂ ਉਹ ਸਾਰਿਆਂ ਲਈ ਸਾਂਝੀਵਾਲਤਾ ਹੋਊਗੀ, ਸਾਰਿਆਂ ਲਈ ਵਧੀਆ ਨੀਤੀਆਂ ਹੋਣਗੀਆਂ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਲੀਡਰਸ਼ਿਪ ਆ ਅੱਜ ਦੀ, ਉਹਦਾ ਕਿਹੋ ਜਿਹਾ ਜਿਹੜਾ ਤੁਹਾਨੂੰ ਚਿਹਰਾ ਨਜ਼ਰ ਆਇਆ? ਪਾਰਟੀ ਇੱਕ ਬਿਜ਼ਨਸ ਕਾਰਪੋਰੇਸ਼ਨ ਵਾਂਗੂ ਚੱਲਦੀ ਹੈ, ਪ੍ਰੋਫਿਟ ਮੇਕਿੰਗ ਕੰਮ ਕੀਤੇ ਜਾਂਦੇ ਹੈ। ਸਮਾਜ ਦਾ, ਜਨਤਾ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਲੋਕਾਂ ਨੂੰ, ਕੋਈ ਮਤਲਬ ਨਹੀਂ ਹੈ। ਕਿਸੇ ਜਗ੍ਹਾ ਤੇ ਵੀ ਸਮਾਜ ਦੇ ਵਿੱਚ ਇਹਨਾਂ ਦੇ ਵਾਸਤੇ ਆਮ ਜਨਤਾ ਇੱਕ ਕੌੜੀ ਦੀ ਕੀਮਤ ਨਹੀਂ ਰੱਖਦੀ। ਵੋਟ ਵਾਲੇ ਦਿਨ ਜਾਂ ਉਸ ਤੋਂ 10 ਦਿਨ ਪਹਿਲਾਂ ਤੱਕ ਇਹ ਸਾਡੀਆਂ ਮਿੰਨਤਾਂ ਤਰਲੇ ਕੱਢਦੇ ਆ, ਇਹ ਸਾਨੂੰ ਨਵੇਂ ਸੁਪਨੇ ਦਿਖਾਉਂਦੇ ਆ, ਇਹ ਸਾਨੂੰ ਨਵੀਆਂ ਯੋਜਨਾਵਾਂ ਬਣਾ ਕੇ ਦਿਖਾਉਂਦੇ ਆ ਕਿ ਦੇਖੋ ਅਸੀਂ ਆਹ ਆ ਗਏ ਤੇ ਅਸੀਂ ਆਹ ਕਰ ਦਿਆਂਗੇ, ਆਹ ਆ ਗਏ ਤੇ ਅਸੀਂ ਆਹ ਕਰ ਦਿਆਂਗੇ, ਆਹ ਕਰਦੇ ਆ। ਅੱਛਾ, ਕੀ ਖੁਲਾਸੇ ਨੇ ਜਿਹੜੇ ਤੁਸੀਂ ਇੰਨੀ ਗੰਭੀਰ ਅੱਜ ਮੁਦਰਾ ਵਿੱਚ ਹੋ, ਇੰਨੇ ਜ਼ਿਆਦਾ ਹਰ ਚੀਜ਼ ਨੂੰ ਗੰਭੀਰਤਾ ਨਾਲ ਲੈ ਰਹੇ ਹੋ, ਕਾਫੀ ਨਿਰਾਸ਼ ਨਜ਼ਰ ਆ ਰਹੇ ਹੋ? ਕੀ ਖੁਲਾਸੇ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ।
ਕਈ ਇਹਦੇ ਪਹਿਲੂ ਹੈ ਜੀ। ਜਿੱਥੇ ਹੱਥ ਲਾਈਏ ਉੱਥੇ ਗੰਦ ਪਿਆ ਨਜ਼ਰ ਆ ਰਿਹਾ। ਸਵਾਲ ਇਹ ਹੈ ਜੀ, ਇੱਕ ਘਟਨਾ ਵਾਪਰਦੀ ਹੈ ਔਰ ਉਹਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ, ਉਹ ਕਿਉਂ ਹੋਈ ਔਰ ਉਹ ਕਿੱਦਾਂ ਹਾਲਾਤ ਬਣੇ ਜੀ ਕਿ ਸ਼ਾਂਤ ਬੈਠੇ ਪ੍ਰੋਟੈਸਟ ਕਰਤਾਵਾਂ ਦੇ ਉੱਪਰ ਪੁਲਿਸ ਨੇ ਫਾਇਰ ਕਰਤਾ, ਗੋਲੀਆਂ ਚਲਾਤੀਆਂ। ਕਿਉਂ? ਕਿਹਦੇ ਹੁਕਮ ਤੇ? ਕਿੰਨੇ ਕੀਤਾ? ਕੌਣ ਹੈ ਕਰਨ ਵਾਲਾ? ਜਦੋਂ ਕਿ ਜਨਤਾ ਸ਼ਾਂਤ ਬੈਠੀ ਹੈ, ਜਨਤਾ ਕਿਸੇ ਨੂੰ ਪ੍ਰਵੋਕ ਨਹੀਂ ਕਰ ਰਹੀ, ਆਪਣਾ ਵਿਰੋਧ ਕਰ ਰਿਹਾ ਹੈ। ਵਿਰੋਧ ਦਾ ਇਹ ਨਤੀਜਾ ਦਿੱਤਾ ਗਿਆ ਕਿ ਗੋਲੀਆਂ ਚਲਾਤੀਆਂ, ਬੰਦੇ ਮਾਰਤੇ, ਜ਼ਖਮੀ ਕਰਤੇ ਸੈਂਕੜੇ। ਔਰ ਉਸ ਤੋਂ ਬਾਅਦ ਤੁਸੀਂ ਕਰ ਰਹੇ ਹੋ ਬਾਈਬਲ ਕਾ ਗੋਲੀ ਕਾਂਡ ਦੀ ਪਰਤ ਜਦੋਂ ਖੁੱਲਦਾ ਗਿਆ ਨਾ ਮਸਲਾ, ਤੇ ਉਹ 'ਚ ਇਹ ਵੀ ਪੱਖ ਸਾਹਮਣੇ ਆਇਆ ਹੈ ਕਿ ਉਸ ਕਾਂਡ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ, ਉਹਨਾਂ ਲੋਕਾਂ ਦੀ FIR ਦੇ ਵਿੱਚ ਜ਼ਿਕਰ ਹੈ ਕਿ ਇਹ ਜ਼ਖਮੀ ਹੋਇਆ ਜਾਂ ਪੁਲਿਸ ਕੋ ਪੂਰਾ ਰਿਕਾਰਡ ਹੈ, ਪਰ ਇੱਕ ਵੀ ਵਿਅਕਤੀ ਦੀ MLR ਦੀ ਕਾਪੀ ਕਿਸੇ FIR ਦੇ ਨਾਲ ਨਹੀਂ ਹੈ। ਅੱਛਾ, ਕਿਹਦੇ ਕਿੰਨਾ ਚੋਟ ਲੱਗੀ, ਕੀ ਹੋਇਆ, ਉਹ ਕਾਪੀ ਗਾਇਬ ਹੈ, ਸਿਰ ਤੋਂ ਗਾਇਬ ਹੈ। ਇਹ ਜਾਂਚ ਜਿਹੜੀ ਹੈ 4 ਸਾਲ ਚੱਲੀ ਹੈ ਜੀ। CBI ਇਸ ਮਾਮਲੇ ਤੇ ਕਲੋਜ਼ਰ ਰਿਪੋਰਟ ਦੇ ਕੇ ਚੋਰਾਂ ਵਾਂਗੂ ਚਲੀ ਗਈ ਸੀ। CBI ਦੇ ਦੱਸਿਆ ਤੱਕ ਨਹੀਂ, CBI ਦੇ ਕਲੋਜ਼ਰ ਰਿਪੋਰਟ ਆਉਣ ਤੋਂ ਜਿਸ ਦਿਨ ਕਲੋਜ਼ਰ ਰਿਪੋਰਟ ਆਉਂਦੀ ਹੈ, ਉਸ ਤੋਂ ਪਹਿਲਾਂ ਤਾਂ ਜਿਹੜੀ ਸਿੱਟ ਹੈ ਉਹ ਆਪਣਾ ਪਟੀਸ਼ਨ ਜਿਹੜੀ ਕੋਰਟ ਦੇ ਵਿੱਚ ਆਪਣੀ ਜਾਂਚ ਪੇਸ਼ ਕਰਨੀ ਹੈ, ਜਿਹਨੂੰ ਆਪਾਂ ਮਿਸਲ ਕਹਿ ਲਈਏ, ਜਿਹਨੂੰ ਆਪਾਂ ਚਲਾਨ ਕਹਿ ਲਈਏ, ਜਿਹਨੂੰ ਪੁਲਿਸ ਰਿਪੋਰਟ ਕਹਿ ਲਈਏ, ਠੀਕ ਹੈ ਨਾ, ਕੁਝ ਵੀ ਕਹਿ ਲਈਏ, ਉਹ ਤਾਂ ਕੋਰਟ ਦਾਖਲ ਹੋ ਚੁੱਕੀ ਹੈ ਔਰ CBI ਉਹਦੀ ਉਸ ਕੇਸ ਦੀ ਕਲੋਜ਼ਰ ਰਿਪੋਰਟ ਦੇ ਕੇ ਜਾ ਰਹੀ ਹੈ। ਠੀਕ ਹੈ ਜੀ। ਮੈਨੂੰ ਲੱਗਦਾ ਕਿ ਉਸ ਵੇਲੇ ਦਾ ਜੋ ਸੱਤਾ ਦਾ ਜਿਹੜਾ ਉਸ ਵੇਲੇ ਸੱਤਾ ਆਪਣਾ ਖੇਲ ਚੱਲ ਰਿਹਾ ਸੀ ਔਰ ਇਹ ਜਿਹੜੀ ਜਾਂਚ ਸੀ, ਇਸ ਜਾਂਚ ਵਿੱਚ ਬਹੁਤ ਕੁਝ ਹੋਰ ਨਿਕਲਿਆ। ਇਹ ਜਾਂਚ ਸ਼ੁਰੂ ਹੁੰਦੀ ਹੈ ਕਿ ਇਹ ਘਟਨਾ ਘਟੀ ਕਿਉਂ ਹੈ, ਇਹ ਘਟਨਾ ਘਟਣ ਦੇ ਪਿੱਛੇ ਦੇ ਕਾਰਨ ਕੀ ਹੈ, ਕੌਣ ਲੋਕ ਜ਼ਿੰਮੇਦਾਰ ਹੈ। ਔਰ ਉਹਦੇ ਵਿੱਚ ਸੱਚੇ ਸੌਦੇ ਡੇਰੇ ਤੋਂ ਚੱਲਿਆ ਹੋਇਆ ਸਿਲਸਿਲਾ ਜਿਹੜਾ ਹੈ, ਔਰ ਬੰਬੇ ਤੱਕ ਅਕਸ਼ੇ ਕੁਮਾਰ ਦੀਆਂ ਕੋਠੀ ਦੇ ਵਿੱਚ ਜੋ ਮੀਟਿੰਗਸ ਹੋਈਆਂ, ਔਰ ਕਿੱਦਾਂ ਜਥੇਦਾਰਾਂ ਨੂੰ ਬੁਲਾ ਕੇ 2007 ਵਾਲਾ ਪੁਰਾਣਾ ਮਾਫੀਨਾਮਾ ਜਿਹੜਾ ਸੀ, ਉਹ 2014 ਵਿੱਚ ਕੁਝ ਸ਼ਬਦ ਤਰਮੀਮ ਆਪ ਹੀ ਕਰਕੇ ਉਹਨੂੰ ਪ੍ਰਚਾਰਿਤ ਕੀਤਾ ਗਿਆ, ਉਹਨਾਂ ਦੀ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਔਰ ਉਹ ਫਿਲਮ ਰਿਲੀਜ਼ ਦਾ ਅਗਰ ਸਿੱਖ ਸੰਗਤ ਨੇ ਗੁੱਸਾ ਕੀਤਾ ਤੇ ਇਹ ਧਮਕੀ ਭਰੇ ਪੋਸਟਰ ਲਗਾਏ ਗਏ ਕਿ ਫਲਾਣ ਦਿਨ ਅਸੀਂ ਤੁਹਾਡੇ ਗੁਰੂ ਦੀ ਬੇਅਦਬੀ ਕਰਾਂਗੇ। ਇਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ। ਔਰ ਸਭ ਤੋਂ ਵੱਡਾ ਸਵਾਲ ਅਰਜੁਨ ਜੀ ਇਹ ਉੱਠਦਾ ਕਿ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ, ਸਰਕਾਰ ਉਸ ਵੇਲੇ ਉਹਨਾਂ ਲੋਕਾਂ ਦੀ, ਉਹਨਾਂ ਸ਼ਖਸੀਅਤਾਂ ਦੀ ਹੈ ਜਿਹੜੇ ਖੁਦ ਦਾਅਵਾ ਕਰਦੇ ਆ ਕਿ ਅੰਮ੍ਰਿਤਧਾਰੀ ਨੇ ਔਰ ਸਿੱਖੀ ਦੇ ਸਭ ਤੋਂ ਵੱਡੇ ਝੰਡਾ ਬਰਦਾਰੀ ਉਹ ਨੇ, ਸਿੱਖੀ ਉਹਨਾਂ ਕਰਕੇ ਬਚੀ ਹੋਈ ਹੈ। ਜੇ ਉਹ ਦੁਸ਼ਮਣ ਹੈ, ਦੋਖੀ ਹੈ, ਉਹ ਤਾਂ ਕਰੇਗਾ ਆਪਣੀ ਮਰਜ਼ੀ ਜੀ ਜੀ। ਪਰ ਜੇ ਉਹ ਤੁਹਾਨੂੰ ਕਹਿ ਰਿਹਾ ਕਿ ਫਲਾਣੀ ਜਗ੍ਹਾ, ਫਲਾਣੇ ਗੁਰਦੁਆਰੇ, ਫਲਾਣੇ ਸ਼ਹਿਰ ਤੁਸੀਂ ਆਹ ਕਰਾਂਗੇ, ਇੰਨੇ ਸਰੂਪ ਚੋਰੀ ਹੋ ਗਏ ਆ, ਆਹ ਕਰ ਲਿਆ, ਅਸੀਂ ਇਹ ਕਰ ਦਾਂਗੇ, ਔਰ ਉਹਦਾ ਕੋਈ ਨੋਟਿਸ ਹੀ ਨਹੀਂ ਲੈਂਦਾ, ਔਰ ਉਸ ਦਿਨੋਂ ਘਟਨਾ ਵਾਪਰ ਜਾਂਦੀ ਹੈ। ਔਰ ਉਹਦੀ ਜ਼ਿੰਮੇਵਾਰੀ ਕਿਸੇ ਤੇ ਨਹੀਂ ਸੁੱਟੀ ਜਾਂਦੀ। ਜ਼ਿੰਮੇਵਾਰੀ ਦਾ ਆਲਮ ਇਹ ਹੈ ਕਿ ਆਪਣੀ ਸਿਆਸੀ ਜਿਹੜੀ ਪੀੜ੍ਹੀ ਹੈ ਉਹਨੂੰ ਹੋਰ ਮਜ਼ਬੂਤ ਕਰਨ ਵਾਸਤੇ, ਕਿਉਂਕਿ ਉਸ ਧਿਰ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਸੀ ਔਰ ਉਹ ਉੱਥੇ ਵੀ ਨੰਗਾ ਹੋਇਆ। 2017 ਦੇ ਇਲੈਕਸ਼ਨ ਦੇ ਵਿੱਚ ਆਖਿਰ 2 ਦਿਨ ਪਹਿਲਾਂ ਸੱਚੇ ਸੌਦੇ ਨੇ ਅਕਾਲੀ ਦਲ ਦੀ ਸਪੋਰਟ ਕੀਤੀ ਹੈ। ਕਿੱਦਾਂ ਕਰ ਦਿੱਤੀ ਜੀ? 2007 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਆ ਜੀ, ਠੀਕ ਹੈ ਜੀ, 2007 ਦੇ ਇਲੈਕਸ਼ਨ ਤੋਂ ਪਹਿਲਾਂ, ਸੌਰੀ 2014 ਦੇ ਇਲੈਕਸ਼ਨ ਤੋਂ ਪਹਿਲਾਂ, 12 ਦੇ ਇਲੈਕਸ਼ਨ ਤੋਂ ਪਹਿਲਾਂ ਚੁੱਪ ਚਪੀਤੇ ਉਹਦੀ ਰਿਪੋਰਟ ਸੀਗੀ ਜੀ, ਬਾਬੇ ਦਾ ਪਰਚਾ ਦਰਜ ਕੀਤਾ ਗਿਆ ਸੀ ਸਲਾਮਤਪੁਰਾ ਵਾਲਾ ਮਾਮਲਾ, ਜਿੱਥੇ ਉਹਨੇ 10ਵੇਂ ਪਾਤਸ਼ਾਹ ਦੀ ਡਰੈਸ ਪਾ ਕੇ ਢੋਂਗ ਕੀਤਾ ਸੀ ਨਾ ਜੀ ਜੀ। ਉਹ ਜਿਹੜਾ FIR ਸੀ ਉਹ ਵਾਪਸ ਲੈ ਲਈ ਗਈ ਚੁੱਪ ਚਪੀਤੇ, ਬਠਿੰਡੇ ਥਾਣੇ ਵਿੱਚ ਕੱਢੀ ਗਈ ਸੀ, ਵਾਪਸ ਲੈ ਲਈ ਗਈ। ਇਹਦੀਆਂ ਕੜੀਆਂ ਇੰਨੀਆਂ ਜ਼ਿਆਦਾ ਆਪਸ ਜੁੜਦੀਆਂ ਨੇ ਬਈ ਦੇਖਣ ਵਾਲਾ ਸੁਣਨ ਵਾਲਾ ਹੈਰਾਨ ਔਰ ਹੱਕਾ ਬੱਕਾ ਰਹਿ ਜਾਂਦਾ ਵੀ ਆਹ ਕੀ ਹੋ ਰਿਹਾ। ਮਤਲਬ ਆਪਾਂ ਇਸ ਤਰ੍ਹਾਂ ਕਰ ਸਕਦੇ ਵੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਜਿਹੜੀ ਸਰਕਾਰ ਹੈ ਉਹਦਾ ਦਿਖਾਵਾ ਤਾਂ ਇਹ ਹੈ ਵੀ ਅਕਾਲੀਆਂ ਦੀ ਸਰਕਾਰ ਹੈ, ਲੇਕਿਨ ਅੰਦਰ ਖਾਤੇ ਲੱਗਦਾ ਵੀ ਡੇਰੇ ਵਾਲਿਆਂ ਦੀ ਸਰਕਾਰ ਨਹੀਂ। ਅਸਲ 'ਚ ਨਾ ਡੇਰੇ ਵਾਲਿਆਂ ਦੀ, ਨਾ ਅਕਾਲੀਆਂ ਦੀ, ਨਾ ਸਿੱਖਾਂ ਦੀ ਹੈ, ਉਹ ਆਪਣੀ ਸੱਤਾ ਦੀ ਸਰਕਾਰ ਹੈ। ਔਰ ਉਹ ਆਪਣੇ ਸੱਤਾ ਦੇ ਸਮੀਕਰਨ ਜਿਹੜੇ ਆ ਉਹਨੂੰ ਫਿੱਟ ਰੱਖਣ ਵਾਸਤੇ, ਠੀਕ ਰੱਖਣ ਵਾਸਤੇ ਉਹ ਨਵੇਂ ਗੱਠਜੋੜ ਔਰ ਨਵੇਂ ਜਿਹੜੇ ਰਾਜਨੀਤਿਕ ਸਮਝੌਤੇ ਆ ਉਹਦੇ ਵਿੱਚ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਗਏ ਕਿ ਇਹਦਾ ਸਾਡੇ ਦੇਸ਼ ਤੇ, ਸਾਡੇ ਸਟੇਟ ਤੇ, ਸਾਡੇ
ਸਿੱਖ ਸੈਗਮੈਂਟ ਤੇ ਕੀ ਅਸਰ ਪਏਗਾ, ਬਿਲਕੁਲ ਉਹਦੀ ਪਰਵਾਹ ਨਹੀਂ ਕੀਤੀ। ਅੱਛਾ, ਹੁਣ ਤੱਕ ਜੋ ਕੁੰਵਰ ਵਿਜੇ ਪ੍ਰਤਾਪ ਜੀ ਦੀ ਜਿਹੜੀ ਰਿਪੋਰਟ ਸੀ ਉਹਦੇ ਕਈ ਚੀਜ਼ਾਂ ਦੇ ਖੁਲਾਸੇ ਉਹ ਕਰ ਚੁੱਕੇ ਆ। ਬਿਲਕੁਲ। ਤੁਹਾਨੂੰ ਕੀ ਲੱਗਦਾ ਜਿਹੜੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਉਹ ਕਿਸ ਆਧਾਰ ਦੇ ਉੱਤੇ ਉਹਨਾਂ ਨੇ ਇਹ ਗੱਲ ਠਹਿਰਾਤੀ, ਮੰਨ ਲਈ ਗਈ ਜੀ ਇਹ SIT ਇਹਦੀ ਰਿਪੋਰਟ ਹੀ ਗਲਤ ਆ ਔਰ ਇਹ ਬੰਦਾ ਕਰੇ ਨਾ, ਇਹ ਦੁਬਾਰਾ ਕਿਸੇ SIT ਸ਼ਾਮਲ ਨਾ ਹੋਵੇ, ਇਹ ਇਸ ਤਰ੍ਹਾਂ ਦੀ ਟਿੱਪਣੀਆਂ ਕੋਰਟ ਵੱਲੋਂ ਕਰਨੀਆਂ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕਿੱਥੇ ਕਮੀ ਰਹਿ ਗਈ? ਸੰਦੇਹ ਹੈ ਪੂਰਾ ਇਸ ਫੈਸਲੇ ਤੇ, ਮੈਂ ਸੰਦੇਹ ਜ਼ਾਹਰ ਕਰਦਾ। ਚਾਹੇ ਕੋਰਟ ਤੇ ਟਿੱਪਣੀ ਕਰਨ ਦਾ ਅਸੀਂ ਸਾਡੀ ਪਰੰਪਰਾ ਹੈ ਕਿ ਸਾਨੂੰ ਕਾਨੂੰਨ ਵੀ ਕਿਤੇ ਬਜਟ ਕਰਦਾ ਹੋਵੇ, ਲੇਕਿਨ ਉੱਥੇ ਵੀ ਤਾਂ ਬੰਦੇ ਬੈਠੇ ਨੇ, ਉੱਥੇ ਵੀ ਤਾਂ ਬੰਦੇ ਬੈਠੇ ਆ ਜੀ ਜੀ। ਜਿਸ ਤਰੀਕੇ ਨਾਲ ਇਹ ਪਲਾਨ ਕਰਕੇ ਮੈਚ ਖੇਡਿਆ ਗਿਆ ਨਾ, ਮੈਂ ਤੁਹਾਨੂੰ ਦੱਸਦਾ, ਅਰੁਣ ਸ਼ੌਰੀ ਹੁਣੀ ਬੜੇ ਵੱਡੇ ਪੱਤਰਕਾਰ ਔਰ ਸੈਂਟਰ ਦੇ ਵਿੱਚ ਮਿਨਿਸਟਰ ਵੀ ਰਹੇ ਜੀ ਜੀ। ਮੈਂ ਉਹਨਾਂ ਨਾਲ ਜੁੜੀਆਂ ਦੋ ਚੀਜ਼ਾਂ ਦੱਸਾਂਗਾ ਤੁਹਾਨੂੰ ਇਹ ਸਾਰੀ ਗੱਲ ਦੀ ਸਮਝ ਆ ਜਾਏਗੀ। ਪਹਿਲੀ ਗੱਲ ਤਾਂ ਇਹ ਕਿ ਜਦੋਂ ਉਹ ਲਿਖਦੇ ਹੁੰਦੇ ਸੀ ਉਦੋਂ ਸਰਕਾਰਾਂ ਉਲਟਦੀਆਂ ਹੁੰਦੀਆਂ ਸੀ। ਜਦੋਂ ਉਹ ਕੇਂਦਰ ਚ ਮੰਤਰੀ ਬਣੇ ਵਾਜਪਾਈ ਦੀ ਸਰਕਾਰ ਦੇ ਵਿੱਚ, ਮੈਂ ਉਹਨਾਂ ਦਾ ਇੰਟਰਵਿਊ ਕਰਨ ਗਿਆ, ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਹੁਣ ਤੁਸੀਂ ਸਰਕਾਰ ਹੋ, ਅੱਗੇ ਤੁਸੀਂ ਪੱਤਰਕਾਰ ਸੀ, ਲਿਖਦੇ ਸੀ, ਟਿੱਪਣੀ ਕਰਦੇ ਸੀ, ਹੁਣ ਤੁਸੀਂ ਸਰਕਾਰ ਹੋ, ਹੁਣ ਦੱਸੋ ਕਿ ਵਿਵਸਥਾ ਜਿਹੜੀ कैसे ਚੱਲ ਰਹੀ ਹੈ। ਉਹਨਾਂ ਦਾ ਇੱਕ ਲਾਈਨ ਦਾ ਜਵਾਬ ਸੀ, ਵਿਵਸਥਾ ਮਲਬੇ ਦਾ ਸਮੁੰਦਰ ਹੋ ਚੁੱਕੀ ਹੈ, ਇਹ ਚ ਤੈਰ ਕੇ ਪਾਰ ਨਹੀਂ ਕੀਤਾ ਜਾ ਸਕਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਅਦਾਲਤ ਵਾਲੀ ਚੁੱਕੀ ਹੈ ਕਿ ਅਦਾਲਤ ਨੇ ਇਹ ਫੈਸਲਾ ਕਿਸ ਆਧਾਰ ਤੇ ਦਿੱਤਾ। ਜੀ ਜੀ। ਉਹਨਾਂ ਦੀ ਸ਼ੌਰੀ ਸਾਹਿਬ ਦੀ ਇੱਕ ਕਿਤਾਬ ਆਈ, भारत में शासन तंत्र जी, आई ਤਾਂ ਅੰਗਰੇਜ਼ੀ ਚ ਹੈ, ਹਿੰਦੀ ਚ ਉਹਦਾ ਜਿਹੜਾ ਤਰਜਮਾ ਆਇਆ ਉਹ ਇਹ ਸੀ ਜੀ। ਉਹਦੇ ਵਿੱਚ ਸ਼ੁਰੂ ਕਿੱਥੋਂ ਕਰਦੇ ਆ ਕਿ ਕੋਲ ਮਿਨਿਸਟਰੀ ਨੂੰ ਇੱਕ ਰਿਕਮੈਂਡੇਸ਼ਨ ਜਾਂਦੀ ਹੈ, ਕੁਝ ਸੁਝਾਅ ਜਾਂਦੇ ਆ ਕਿ ਇਹ ਚੀਜ਼ਾਂ ਕਰ ਲਈਏ ਤਾਂ ਉਹਦੇ ਨਾਲ ਕੰਮ ਜਿਹੜਾ ਹੈ ਉਹਦੇ ਵਿੱਚ ਸਮੂਥਨੈਸ ਆ ਸਕਦੀ ਹੈ ਜੀ, ਫ੍ਰੀਕੁਐਂਸੀ ਹੋ ਸਕਦੀ ਹੈ, ਬਹੁਤ ਅੱਛਾ ਹੋ ਜਾਏਗਾ। ਉਸ ਰਿਪੋਰਟ ਨੂੰ ਜਿਸ ਅਫਸਰ ਨੇ ਅੱਗੇ ਫਾਰਵਰਡ ਕੀਤਾ ਸੀ ਉਹਨੇ ਸਿਗਨੇਚਰ ਜਿਹੜੇ ਸੀ ਉਹ ਲਾਲ ਰੰਗ ਦੀ ਸ਼ਾਹੀ ਨਾਲ ਕੀਤੇ ਸੀ ਜੀ, ਸੌਰੀ ਹਰੇ ਰੰਗ ਦੀ ਸ਼ਾਹੀ ਨਾਲ ਕੀਤੇ ਸੀ। ਅੱਛਾ, ਮਿਨਿਸਟਰੀ ਕੋਲ ਰਿਪੋਰਟ ਆਈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਬੰਦੇ ਨੇ ਸਵਾਲ ਕਰਤਾ ਕਿ ਗ੍ਰੀਨ ਪੈਨ ਜਿਹੜਾ ਇਸਤੇਮਾਲ ਕੀਤਾ ਗਿਆ ਹੈ ਇਹਦਾ ਕੀ ਕਾਰਨ ਹੋਏਗਾ ਜੀ, ਔਰ ਇਹ ਕਿਉਂ ਕੀਤਾ ਗਿਆ, ਔਰ ਗ੍ਰੀਨ ਪੈਨ ਨੂੰ ਇਸਤੇਮਾਲ ਕਰਨ ਦਾ ਅਧਿਕਾਰ ਕਿਸ ਅਫਸਰ ਕੋਲ ਹੈ, ਕਿਸ ਗ੍ਰੇਡ ਦੇ ਅਫਸਰ ਕੋਲ ਹੈ, ਮਤਲਬ ਕੀ ਮਤਲਬ ਹੈ, ਕੀ ਨਿਕਲਦਾ ਬਿਨਾਂ ਉਸ ਰਿਪੋਰਟ ਨੂੰ ਪੜ੍ਹੇ ਸਿਰਫ ਉਹਦੇ ਗ੍ਰੀਨ ਪੈਨ ਦੇ ਸਾਈਨ ਜਿਹੜੇ ਸੀ ਉਹਨੂੰ ਦੇਖਦੇ ਹੋਏ ਉਹ ਵਿਚਾਰ ਵਟਾਂਦਰੇ ਵਾਸਤੇ ਫਾਈਲ ਜਿਹੜੀ ਸੀ ਉਹ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ। ਅੱਛਾ, ਗ੍ਰਹਿ ਮੰਤਰਾਲੇ ਨੇ ਜਵਾਬ ਦਿੱਤਾ ਕਿ ਇਹ ਮੇਰੀ ਜੁਰਿਡਿਕਸ਼ਨ ਚ ਨਹੀਂ ਹੈ। ਅੱਛਾ, ਇਹ ਜਿਹੜਾ ਮਾਮਲਾ ਹੈ ਇਹ ਮਾਮਲਾ ਅਸੀਂ ਜਿਹੜੇ ਅਭਿਲੇਖਾਗਾਰ ਹੈ, ਜਿਹੜੇ ਪੁਰਾਤਤਵ ਵਿਭਾਗ ਹੈ, ਜਿਹੜਾ ਡਾਕੂਮੈਂਟੇਸ਼ਨ ਨੂੰ ਸਾਂਭਦਾ ਹੈ, ਅਸੀਂ ਉਹਦੇ ਕੋਲ ਭੇਜਦੇ ਹਾਂ। ਅੱਛਾ, ਅਸੀਂ ਉਹਦੇ ਕੋਲ ਭੇਜਦੇ ਹਾਂ ਤਾਂ ਕਿ ਉਹ ਦੱਸ ਸਕੇ ਕਿ ਕਿਸ ਰੰਗ ਦੀ ਸ਼ਾਹੀ ਨਾਲ ਕੀਤਾ ਸਾਈਨ ਔਰ ਕਿਸ ਰੰਗ ਦੀ ਪ੍ਰਿੰਟਿੰਗ, ਕਿਸ ਤਰ੍ਹਾਂ ਦਾ ਕਾਗਜ਼ 30 ਸਾਲ 40 ਸਾਲ ਤੱਕ ਸਾਂਭਿਆ ਜਾ ਸਕਦਾ ਹੈ। ਇਹਦੀ ਰਿਪੋਰਟ ਸਾਨੂੰ ਉਹਨਾਂ ਕੋਲ ਮੰਗਾਉਣੀ ਚਾਹੀਦੀ ਹੈ। 6 ਮਹੀਨੇ ਲੰਘ ਗਏ, ਉਹ ਫਾਈਲ ਉਧਰ ਚਲੀ ਗਈ। ਉਹਨਾਂ ਨੇ 6 ਮਹੀਨੇ ਆਪਣੀਆਂ ਮੀਟਿੰਗਾਂ ਕਰਨ ਚ ਲਗਾਏ। ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਆਈ ਕਿ ਜੀ ਇਹ ਸਾਡੇ ਨੂੰ ਸਮਝ ਨਹੀਂ ਆਇਆ ਕੁਝ, ਤੇ ਇਹ ਚੂੰਕਿ ਆਰਮੀ ਦੇ ਵਿੱਚ ਕਈ ਤਰ੍ਹਾਂ ਦੇ ਕਲਮ ਇਸਤੇਮਾਲ ਹੁੰਦੇ ਆ, ਸ਼ਾਇਦ ਇਹ ਆਰਮੀ ਦੇ ਵਿੱਚ ਇਸ ਮਾਮਲੇ ਦਾ ਕੋਈ ਸਵਾਲ ਦਾ ਜਵਾਬ ਮਿਲ ਸਕੇ। ਅੱਛਾ, ਇਸ ਕਰਕੇ ਇਹ ਫਾਈਲ ਜਿਹੜੀ ਹੈ ਇਹ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਗਈ। ਅੱਛਾ, ਰੱਖਿਆ ਮੰਤਰਾਲੇ ਨੇ ਇਹ ਸਾਰੇ ਮਾਮਲੇ ਨੂੰ ਦੇਖਿਆ ਔਰ ਉਹਨਾਂ ਨੇ ਕਿਹਾ ਕਿ ਜੀ ਏਦਾਂ ਹੈ ਕਿ ਇਹਦੇ ਵਿੱਚ ਸਾਨੂੰ ਲੱਗਦਾ ਕਿ ਪ੍ਰਿੰਟਿੰਗ ਐਂਡ ਸਟੇਸ਼ਨਰੀ ਜਿਹੜਾ ਮਹਿਕਮਾ ਹੈ ਉਹ ਸਾਡੀ ਜ਼ਿਆਦਾ ਮਦਦ ਕਰ ਸਕਦਾ, ਕਿਉਂਕਿ ਛਪਾਈ ਨਾਲ ਉਹ ਵਾਬਸਤਾ ਹੈ, ਤੇ ਇਸ ਕਰਕੇ ਉਹਨਾਂ ਨੂੰ ਭੇਜ ਕੇ ਉਹਨਾਂ ਦੀ ਰਾਏ ਲੈ ਲਈ ਜਾਏ। ਔਰ ਆਖਿਰਕਾਰ ਉਹ ਫਾਈਲ ਜਿਹੜੀ ਸੀ ਉਹ ਪ੍ਰਿੰਟਿੰਗ ਐਂਡ ਸਟੇਸ਼ਨਰੀ ਡਿਪਾਰਟਮੈਂਟ ਨੇ ਆਪਣੇ ਵੱਲੋਂ ਖੋਜ ਕਰਕੇ ਦੇਖ ਕੇ ਉਹਨਾਂ ਨੇ ਕਿਹਾ ਜੀ ਇਹ ਸਾਡੇ ਮਤਲਬ ਦਾ ਕੰਮ ਨਹੀਂ ਹੈ, ਇਹ ਤੇ ਹੋਮ ਮਿਨਿਸਟਰੀ ਕੁਝ ਕਰ ਸਕਦੀ ਹੈ, ਔਰ ਵਾਪਸ ਫਾਈਲ ਫਿਰ ਹੋਮ ਮਿਨਿਸਟਰੀ ਕੋਲ 2 ਸਾਲ ਬਾਅਦ ਆਈ। ਉੱਤੇ ਰਿਕਮੈਂਡੇਸ਼ਨ ਕੀ ਲਿਖੀ ਗਈ ਹੈ, ਉਹਦੇ ਸੁਝਾਅ ਕੀ ਆਏ ਆ, ਇਹ ਕਿਸੇ ਪਿਓ ਦੇ ਪੁੱਤ ਨੇ ਨਹੀਂ ਪੜ੍ਹੇ। ਪਰ ਸਰਕਾਰੀ ਤੰਤਰ ਸਾਡਾ ਜਿਹੜਾ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ, ਵਿਵਸਥਾ ਇਹ ਤਾਂ ਬਹੁਤ ਬੋਲਦੀ ਹੈ। ਗੱਲ ਇਹ ਹੈ ਕਿ ਜਿਹੜੀ ਕਮਿਸ਼ਨ ਦੀ ਰਿਪੋਰਟ ਹੋਏਗੀ ਉਹਦੇ ਤੇ ਜਾਂ ਜਿਹੜੀ ਸਰਕਾਰ ਨੇ ਇਨਕੁਆਇਰੀ ਲਗਾਈ ਹੈ ਜਿਹਦੀ ਰਿਪੋਰਟ ਸਰਕਾਰ ਨੇ ਲੈਣੀ ਹੈ, ਉੱਥੇ ਸਾਰੇ ਆਫੀਸਰ ਪ੍ਰੋਟੋਕੋਲ ਸਾਈਨ ਕਰਦੇ ਆ। ਠੀਕ ਹੈ, ਲੇਕਿਨ ਜਿਹੜੀ ਪੁਲਿਸ ਵੱਲੋਂ ਕੋਰਟ ਦੇ ਵਿੱਚ ਦਿੱਤੀ ਜਾਂਦੀ ਹੈ
ਜੀ ਜੀ ਠੀਕ ਹੈ ਨਾ, ਹੂੰ ਚਲਾਨ ਜਿਹਨੂੰ ਕਹਿੰਦੇ ਆ, ਚਲਾਨ ਹਾਂਜੀ ਉਹਦੇ ਵਿੱਚ ਇੱਕੋ ਹੀ ਅਫੀਸਰ ਦੇ ਸਾਈਨ ਹੁੰਦੇ ਆ ਜੀ ਔਰ ਹਾਈ ਕੋਰਟ ਦੇ ਵਿੱਚ। ਔਰ ਮਜ਼ੇ ਦੀ ਗੱਲ ਹੈ ਕਿ ਇਹ ਮਾਮਲਾ ਜਿਹੜਾ ਹੈ ਇਹ ਲੋਅਰ ਕੋਰਟ 'ਚ ਚੱਲਦਾ ਪਿਆ। ਲੋਅਰ ਕੋਰਟ ਦੇ ਵਿੱਚ ਅੱਛਾ ਇਹਦੀ ਪ੍ਰੋਸੀਡਿੰਗ ਚੱਲ ਰਹੀ ਹੈ, ਹੂੰ ਠੀਕ ਹੈ ਨਾ, ਉਹਦਾ ਟ੍ਰਾਇਲ ਚੱਲ ਰਿਹਾ, ਅੰਡਰ ਟ੍ਰਾਇਲ ਹੈ। ਹੂੰ ਔਰ ਅੰਡਰ ਟ੍ਰਾਇਲ ਨੂੰ ਰੋਕਣ ਲਈ ਹੂੰ ਵੈਸੇ ਤਾਂ ਜਿਸ ਦਿਨ ਤੋਂ ਇੱਕ ਜਾਂਚ ਸ਼ੁਰੂ ਹੋਈ ਸੀ ਉਸੇ ਦਿਨ ਤੋਂ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਕਿ ਇਹ ਜਾਂਚ ਨਾ ਹੋ ਸਕੇ, ਇਹਦੇ ਲਈ ਰੋਜ਼ ਇੱਕ ਨਵੀਂ ਰਿਟ ਹਾਈ ਕੋਰਟ 'ਚ ਪੈਂਦੀ ਸੀ ਵੀ ਇਹ ਕੰਮ ਤੋਂ ਰੋਕਿਆ ਜਾਏ, ਇਸ ਚੀਜ਼ ਤੋਂ ਰੋਕਿਆ ਜਾਏ। ਜਿੱਦਾਂ ਕੁਮਰ ਵਿਜੇ ਪ੍ਰਤਾਪ ਸਿੰਘ ਜਦੋਂ ਬਾਦਲ ਸਾਹਿਬ ਜੀ ਲੈਣ ਬਿਆਨ ਗਏ ਤੇ ਉਹਨਾਂ ਨੇ ਇਨਕਾਰ ਕਰਤਾ। ਉਹਨੇ ਕਿਹਾ ਜੀ ਵੱਡਾ ਅਫਸਰ ਆਵੇ ਮੇਰੇ ਕੋਲ, ਇਹਨੂੰ ਨਹੀਂ ਮਿਲਦੇ ਬਿਆਨ ਆਪਣੇ, ਇਹ ਰਿਕਾਰਡ ਤੇ ਹੈ। ਅੱਛਾ ਇਹ ਰਿਕਾਰਡ ਤੇ ਹੈ। ਫਿਰ ਰਿਟ ਨਵੇਂ ਤੋਂ ਨਵੇਂ ਬੰਦੇ ਨੇ, ਕਦੀ ਕੋਈ ਹੌਲਦਾਰ ਪਾ ਰਿਹਾ, ਕਦੀ ਕੋਈ ਸਿਪਾਹੀ ਪਾ ਰਿਹਾ, ਜਿਹਨੇ ਆਪਣੀ ਪੂਰੀ ਜ਼ਿੰਦਗੀ ਜਿੰਨੀ ਤਨਖਾਹ ਲਈ ਹੈ ਉਸ ਤੋਂ ਜ਼ਿਆਦਾ ਇੱਕ ਪੇਸ਼ੀ ਵਕੀਲ ਦੀ ਫੀਸ ਹੈ, ਉਹ ਨਹੀਂ ਦੇ ਸਕਦਾ। ਇਹ ਸਭ ਜਗ ਜਾ ਰਿਹਾ ਹੈ ਕਿ ਕੌਣ ਕਰਾ ਰਿਹਾ, ਜਿਨ੍ਹਾਂ ਕੋਲ ਪੈਸਾ ਤਾਕਤ ਹੈ ਉਹੀ ਕਰਾ ਰਹੇ। ਉਹਨਾਂ ਨੇ ਕਦਮ ਕਦਮ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਇਹਦੀ ਸਪੀਡ ਨੂੰ ਬਹੁਤ ਸਲੋ ਕੀਤਾ। ਜਿਹੜਾ ਕੰਮ ਇਹਨਾਂ ਨੇ 6 ਮਹੀਨਿਆਂ 'ਚ ਕਰ ਲੈਣਾ ਚਾਹੀਦਾ ਸੀ ਉਹਨੂੰ ਕਈ ਸਾਲ ਲੱਗ ਗਏ। ਲੇਕਿਨ ਫਿਰ ਵੀ ਔਰ ਇੱਕ ਇੱਕ ਕਰਕੇ ਜਿਹੜੇ ਆਫੀਸਰ ਸੀ ਜਿਹੜੇ ਨਾਲ ਸਿੱਟ ਦੇ ਵਿੱਚ ਸੀ ਜੀ, ਉਹ ਇੱਕ ਇੱਕ ਕਰਕੇ ਪਿੱਛੇ ਹਟਦੇ ਗਏ। ਕਿਸੇ ਨੂੰ 1922 ਦਾ ਡਰਾਵਾ, 2022 ਦਾ ਡਰਾਵਾ ਦਿੱਤਾ ਗਿਆ ਵੀ 2022 ਚ ਦੇਖ ਲਿਓ ਤੁਸੀਂ, ਸਾਡੀ ਸਰਕਾਰ ਆਏਗੀ ਤੁਹਾਨੂੰ ਦੇਖਾਂਗੇ। ਏਦਾਂ ਦੀ ਧਮਕੀਆਂ ਵੀ ਆਈਆਂ। ਇੱਕ ਉਮਰ ਵਿਜੇ ਪ੍ਰਤਾਪ ਸਿੰਘ ਨੂੰ ਖੁਲਾਸਾ ਕੀਤਾ ਜੀ ਜੀ, ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਨੂੰ, ਮੇਰੇ ਸਾਥੀ ਮੈਨੂੰ ਕਨਵਿੰਸ ਕਰਦੇ ਸੀ ਸਾਡੇ ਯਾਰ ਕੀ ਫਰਕ ਪੈਂਦਾ ਜੇ ਸੀਬੀਆਈ ਕਲੋਜ਼ਰ ਰਿਪੋਰਟ ਕਰ ਰਹੀ ਹੈ, ਆਪਾਂ ਕੀ ਕਰ ਲੈਣਾ। ਇਹ ਜਿਹੜੀਆਂ ਜਾਂਚਾਂ ਹੁੰਦੀਆਂ ਵਾ ਆਮ ਤੌਰ ਤੇ ਤਾਂ ਧਾਰਨਾ ਵੀ ਇਹੀ ਹੈ, ਆਮ ਤੌਰ ਤੇ ਧਾਰਨਾ ਤੇ ਇਹ ਹੈ ਕਿ ਇਹ ਜਾਂਚ ਦੇ ਜਿਹੜੇ ਮਸਲੇ ਹੁੰਦੇ ਆ ਇਹ ਸਿਰਫ ਠੰਡੇ ਬਸਤੇ 'ਚ ਪਾ ਕੇ ਲੋਕਾਂ ਨੂੰ ਠੰਡੇ ਕਰਨ ਵਾਸਤੇ ਹੁੰਦੇ ਆ। ਲੇਕਿਨ ਗਲਤੀ ਸਰਕਾਰ ਕੋਲ ਇਹ ਹੋਈ ਕਿ ਉਹਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਚਾਰਜ ਦੇ ਦਿੱਤਾ, ਜਿਹੜਾ ਕਿ ਅਫਸਰ ਆਪਣੀ ਕ੍ਰੈਡੀਬਿਲਿਟੀ ਦੇ ਉੱਪਰ ਕਿਸੇ ਕਿਸਮ ਦਾ ਸਮਝੌਤਾ ਕਰਨ ਨੂੰ ਤਿਆਰ ਨਹੀਂ। ਜਿਹੜਾ ਬੰਦਾ ਆਈਜੀ ਦੀ ਰੈਂਕ ਔਰ ਆਈਪੀਐਸ ਦੇ ਵਿੱਚ ਹੋਵੇ ਔਰ ਹੋਰ 4 ਸਾਲ ਨੂੰ ਡੀਜੀਪੀ ਬਣਨ ਵਾਲਾ ਹੋਵੇ, ਉਹ ਬੰਦਾ ਨੌਕਰੀ ਛੱਡ ਜੇ, ਕਿੰਨੀ ਵੱਡੀ ਗੱਲ ਹੈ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੁਮਰ ਵਿਜੇ ਪ੍ਰਤਾਪ ਦਾ ਜਿਹੜਾ ਅਕਸ ਸੀ ਹੁਣ ਤੱਕ ਦਾ ਬਹੁਤ ਬਿਹਤਰ, ਇਹ ਜਿਹੜਾ ਕੇਸ ਆ ਉਹਦੇ ਨਾਲ ਉਹਨੂੰ ਬਹੁਤ ਵੱਡੀ ਢਾਲ ਲਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਜ਼ਿਆਦਾ ਹੀਰੋ ਬਣ ਗਿਆ। ਅੱਜ ਬੱਚੇ ਦੀ ਜ਼ੁਬਾਨ ਉਹਦੇ ਨਾਲ ਲੋਕੀ ਮੈਂ ਗਲੀਆਂ ਪੜ ਰਿਹਾ ਸੀ, ਉਹ ਕਹਿੰਦੇ ਸੀ ਵੀ ਮੈਂ ਵਕਾਲਤ ਕਰਾਂਗਾ, ਵਕੀਲ ਵਜੋਂ ਮੈਂ ਇਹ ਕੇਸ ਵੀ ਲੜਾਂਗਾ ਤਾਂ ਮੈਂ ਹੋਰ ਵੀ ਲੋਕਾਂ ਦੀ ਮਦਦ ਕਰੂੰਗਾ। ਕਿਵੇਂ ਦੇਖਦੇ? ਦੇਖੋ ਜੀ, ਗੱਲ ਇਹ ਹੈ ਕਿ ਉਹ ਜੋ ਵੀ ਕਰਨਗੇ, ਉਹ ਜੋ ਵੀ ਉਹ PhD ਨੇ ਲਾਅ ਦੇ ਵਿੱਚ, ਉਹ ਕਰ ਸਕਦੇ ਆ, LLB ਹੈ। ਲੇਕਿਨ ਜਿਹੜੀ ਇਹ ਸਾਰੇ ਸਿਲਸਿਲੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੇਚ ਹੈ, ਹਾਈ ਕੋਰਟ ਦੇ ਉੱਪਰ ਰਿਟਰਨ ਜਾਇ ਰਹੀਆਂ ਸੀ। ਹੁਣ ਗੱਲ ਇਹ ਹੈ ਕਿ ਲੋਅਰ ਕੋਰਟ ਅਗਰ ਫੈਸਲਾ ਦਿੰਦੀ ਹੈ, ਉਸ ਤੋਂ ਬਾਅਦ ਤੁਸੀਂ ਉੱਪਰ ਹੀ ਅਦਾਲਤ ਜਾਓਗੇ। ਆਮ ਤੌਰ ਤੇ ਅਗਰ ਤੁਸੀਂ ਰਿਟ ਪਾ ਦਿਓ ਇਹੋ ਜਿਹੇ ਮਾਮਲੇ 'ਚ ਜਿੱਥੇ ਥੱਲੇ ਕੇਸ ਅਦਾਲਤ 'ਚ ਚੱਲ ਰਿਹਾ ਹੈ ਜੀ, ਤੇ ਜੱਜ ਕਹਿੰਦੇ ਵੀ ਜਾ ਕੇ ਉਸ ਕੋਰਟ ਦੇ ਵਿੱਚ ਤੁਸੀਂ ਅਪਲਾਈ ਕਰੋ, ਉੱਥੇ ਆਪਣਾ ਪੱਖ ਰੱਖੋ, ਔਰ ਉੱਥੇ ਤੇ ਆਲਰੇਡੀ ਪੱਖ ਰੱਖਿਆ ਜਾ ਰਿਹਾ ਜੀ। ਸਵਾਲ ਇਹ ਹੈ ਕਿ ਬਾਰ-ਬਾਰ ਕੰਮ ਕਰਾਉਣ ਵਾਸਤੇ ਜਿੱਦੇ ਵਕੀਲ ਸਰਕਾਰ ਦਾ ਤੰਤਰ ਜਿਹੜਾ ਸੀਗਾ ਉਹਨੇ ਕਿਸ ਤਰੀਕੇ ਨਾਲ ਕੰਮ ਕੀਤਾ ਹੈ। ਹੁਣ ਚੀਫ ਮਿਨਿਸਟਰ ਦਾ ਇਹ ਆਰਡਰ ਹੈ ਔਰ ਐਡਵੋਕੇਟ ਜਨਰਲ ਅਗਰ ਉਸ ਦਿਨ ਜਿਸ ਦਿਨ ਪੇਸ਼ੀ ਹੈ ਉਸ ਦਿਨ ਉਹ ਲੈ ਕੇ ਛੁੱਟੀ ਆਪਣੀ ਸਿਹਤ ਨੂੰ ਲੈ ਕੇ ਮੈਡੀਕਲ ਲੀਵ ਤੇ ਚਲਾ ਜਾਂਦਾ ਹੈ, ਇਹਦਾ ਕੀ ਮਤਲਬ ਕੱਢਾਂਗੇ ਕਿ ਉਹ ਚੀਫ ਮਿਨਿਸਟਰ ਵੀ ਉੱਪਰ ਹੋ ਗਿਆ। ਪਰ ਤੁਹਾਨੂੰ ਲੱਗਦਾ ਬਹੁਤ ਵੱਡੇ ਪੱਧਰ ਤੇ ਬੜੀ ਝੋਲ ਹੈ ਇਹਦੇ 'ਚ? ਬੜੀ ਝੋਲ ਹੈ ਔਰ ਉਹ ਅਤੁਲ ਬੰਦਾ ਹੈ ਜਿਹਨੇ ਕੈਪਟਨ ਅਮਰਿੰਦਰ ਸਿੰਘ ਜਦੋਂ ਸਿਟੀ ਸੈਂਟਰ ਘੋਟਾਲੇ ਵਿੱਚ ਫਸੇ ਸੀ ਲੁਧਿਆਣੇ ਦੇ ਜੀ ਕੋਰਟ ਚੱਲਦੇ ਸੀ, ਤੇ ਉਹਦੇ ਇਹ ਆਂਦਾ ਰਿਹਾ ਸੀ, ਉਹ ਉਸ ਚੀਜ਼ ਦਾ ਬਦਲਾ ਦੇਣ ਵਾਸਤੇ ਉਹਨੂੰ ਐਡਵੋਕੇਟ ਜਨਰਲ ਬਣਾਤਾ। ਉਸ ਆਦਮੀ ਦੀ ਆਊਟਪੁੱਟ ਹੀ ਕੁਝ ਨਹੀਂ ਹੈ। CBI ਦਾ ਕਲੋਜ਼ਰ ਰਿਪੋਰਟ ਹੈ, ਉਹ AG ਆਫਿਸ ਨੂੰ ਪਤਾ ਹੀ ਨਹੀਂ ਵੀ ਹੋਈ ਹੈ। ਹਾਈ ਕੋਰਟ ਦੀ ਰਿਟ ਪੈਂਦੀ ਹੈ, ਇਹਨਾਂ ਦਾ ਮਹਿਕਮਾ ਹੈ, ਇਹਨਾਂ ਦਾ ਡਿਪਾਰਟਮੈਂਟ ਹੈ, ਇਹਨਾਂ ਕੋਲ 250-300 ਦੇ ਕਰੀਬ ਮੁਲਾਜ਼ਮ ਹੈ। ਇਹਨਾਂ ਨੂੰ ਪੁਲਿਸ ਅਫਸਰ ਦੱਸਦੇ ਆ ਕਿ ਜੀ ਰਿਟ ਪੈ ਗਈ ਹੈ, ਤੁਹਾਨੂੰ ਪਤਾ ਲੱਗਾ, ਉਹ ਕਹਿੰਦੇ ਤੁਹਾਨੂੰ ਪਤਾ ਨਹੀਂ, ਤੇ ਕੰਮ ਕੀ ਕਰਦੇ ਚਿੱਕੂ। ਮਤਲਬ ਬੜੇ ਵੱਡੇ ਸਵਾਲ ਇਹਦੇ ਉੱਠਣਗੇ ਔਰ ਮੈਨੂੰ ਲੱਗਦਾ ਜਿਵੇਂ ਆਪਾਂ ਪਹਿਲੇ ਕਹਿ ਚੁੱਕੇ ਹਾਂ। ਔਰ ਫਿਰ ਵੇਖੋ ਤੁਸੀਂ ਕਿ ਉਹ ਵਕੀਲ ਜਿਹੜਾ ਹੈ ਐਡਵੋਕੇਟ ਜਨਰਲ, ਉਹ ਅੱਗੋਂ ਦਿੱਲੀੋਂ ਵਕੀਲ ਕਰਕੇ ਦੇ ਰਿਹਾ ਹੈ, ਆਪਣੀ ਨਲਾਇਕੀ ਤੇ ਆਪ ਹੀ ਮੋਹਰ ਲਗਾ ਰਿਹਾ ਕਿ ਮੈਂ ਕਿਸੇ ਚੀਜ਼ ਕੰਪੀਟੈਂਟ ਨਹੀਂ ਹਾਂ, ਦਿੱਲੀ ਵਾਲੇ ਵਕੀਲ ਕਰਨਗੇ। ਔਰ ਉਹਨਾਂ ਦਾ ਇੱਕ ਦਿਨ ਦਾ 55 ਲੱਖ ਰੁਪਇਆ ਖਰਚਾ ਹੈ। ਕੁਮਰ ਵਿਜੇ ਪ੍ਰਤਾਪ ਪੈਸੇ ਸਰਕਾਰ ਨੇ ਜਿਹੜੇ ਇਸ ਕਰਕੇ ਉਹਦੇ ਕੋਲ ਦਵਾ ਦਿਓ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੇਰੀ 3 ਸਾਲ ਦੀ ਜਿੰਨੀ ਚੱਲਦੀ ਹੈ ਉਨੀ ਉਹ ਇੱਕ ਡੇਟ ਦੇ ਵਿੱਚ ਪੇਸ਼ ਹੁੰਦੀ ਰਹੀ ਸੀ ਔਰ ਕੱਖ ਨਹੀਂ ਸੀ ਕਰਦੇ। ਮੈਂ ਜਿੰਨੇ ਚੀਜ਼ਾਂ ਨੂੰ ਪੁਆਇੰਟ ਆਊਟ ਕੀਤਾ,
ਮੇਰੀ ਸੁਣਵਾਈ ਕੋਈ ਨਹੀਂ ਕੀਤੀ ਉਹਨਾਂ ਨੇ, ਉਹਨਾਂ ਚੀਜ਼ਾਂ ਤੇ ਬਹਿਸ ਹੀ ਨਹੀਂ ਕੀਤੀ। ਮੈਂ ਕਹਿੰਦਾ ਸੀ ਕੰਟੈਂਟ ਤੇ ਬਹਿਸ ਕਰੋ, ਮੇਰੀ ਰਿਪੋਰਟ ਦੇ ਵਿੱਚ ਕੋਈ ਕਮੀ ਕੱਢ ਕੇ ਦਿਖਾਓ। ਉਹ ਕਹਿੰਦੇ ਸੀ ਨਹੀਂ ਜੀ ਉਹ ਹਰੇ ਪੈਨ ਨਾਲ ਲਾਲ ਪੈਨ ਵਾਲਾ ਜਿਹੜਾ ਮਸਲਾ ਜੀ ਉਦਾਂ ਦੇ ਵੀ ਜੀ ਇਕੱਲੇ ਦੇ ਸਾਈਨ ਕਿਉਂ ਹੈ ਜੀ, ਇਹਨੇ ਇਕੱਲੇ ਨੇ ਰਿਪੋਰਟ ਕੀਤੀ ਹੈ। ਕੀ ਮਹਿਸੂਸ ਕਰਦੇ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੰਵਰ ਵਿਜੇ ਪ੍ਰਤਾਪ ਵੀ ਸਾਹਮਣੇ ਲੈ ਕੇ ਆ ਰਹੇ, ਬਾਰ-ਬਾਰ ਇੰਟਰਵਿਊਜ਼ ਆ ਰਹੀਆਂ, ਉਹਨਾਂ ਦੀਆਂ ਅਲੱਗ-ਅਲੱਗ ਖੁਲਾਸੇ ਹੋ ਰਹੇ ਨੇ, ਦੇਖੋ ਕੀ ਮਹਿਸੂਸ ਕਰਦੇ ਆ ਕਿ ਜਿਹੜੀ ਸਾਡੀ ਜਨਤਾ ਆ, ਕਿਉਂ ਆਖਰ ਅਸੀਂ ਲੋਕ ਰਾਜ ਕਹਿੰਦੇ ਇਹਨੂੰ। ਮੈਂ ਸੰਧੂ ਸਾਹਿਬ ਮੈਂ ਇਹਦੇ ਨਾਲ ਇੱਕ ਗੱਲ ਹੋਰ ਦੱਸਾਂ, ਫੁਲਕਾ ਸਾਹਿਬ ਤੇ ਕਿੰਨਾ ਵਿਸ਼ਵਾਸ ਲੋਕੀ ਕਰਦੇ ਆ, ਔਰ ਸਿੱਖ ਮਾਮਲਿਆਂ ਦੇ ਵਿੱਚ ਉਹ ਬੜੇ ਵੱਧ ਚੜ ਕੇ ਗੱਲਾਂ ਕਰਦੇ ਆ। 84 ਦੇ ਦੰਗਿਆਂ ਦੇ ਵਿੱਚ ਉਹਨਾਂ ਨੇ ਲੜਿਆ, ਲੋਕਾਂ ਦਾ ਮਸਲਾ ਕੀਤਾ, ਬਹੁਤ ਅੱਛਾ ਕੀਤਾ। ਪਰ ਸਵਾਲ ਇਹ ਹੈ ਕਿ ਉਹ ਆਪਣਾ ਬਿਆਨ ਦਿੰਦੇ ਆ ਇਸ ਸਾਰੇ ਸਿਲਸਿਲੇ ਦੌਰਾਨ ਕਿ ਅਗਰ ਇਸ ਮਾਮਲੇ 'ਚ ਮੈਨੂੰ ਮੇਰੀ ਸਪੋਰਟ ਦੀ ਲੋੜ ਹੋਈ ਮੈਂ ਕੋਰਟ 'ਚ ਖੜਾਂਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੈਂ ਪੂਰੇ ਕੇਸ ਦੀ ਮਿਸਲ ਦੀ ਕਾਪੀ ਜਿਹੜੀ ਸੀ ਉਹਨੂੰ ਆਪ ਦੇ ਕੇ ਆਇਆ, ਉਹਨੂੰ ਕਿਹਾ ਸਟੱਡੀ ਕਰੋ ਔਰ ਕਿਰਪਾ ਕਰਕੇ ਮੇਰੀ ਮਦਦ ਕਰੋ, ਹੋਰ ਕੋਈ ਨਹੀਂ ਮੇਰੇ ਹੱਥ ਪੜ ਰਿਹਾ। ਵਕੀਲ ਬਹੁਤ ਫੀਸਾਂ ਲੈ ਰਹੇ ਆ ਪਰ ਉਹ ਕੋਈ ਕੰਮ ਨਹੀਂ ਕਰਦੇ ਪਏ। ਮੈਨੂੰ ਤੁਹਾਡੇ ਤੋਂ ਆਖਰੀ ਉਮੀਦ ਹੈ, ਜੇ ਤੁਸੀਂ ਨਹੀਂ ਮੇਰਾ ਹੱਥ ਫੜਿਆ ਨਾ ਤੇ ਫਿਰ ਮੈਨੂੰ 1.25 ਸਾਲ ਜਾਂ 1.5 ਸਾਲ ਬਾਅਦ ਆਪ ਕੋਰਟ 'ਚ ਆਉਣਾ ਪੈਣਾ, ਪਰ ਮੈਨੂੰ IPS ਦੀ ਨੌਕਰੀ ਛੱਡਣੀ ਪੈਣੀ ਹੈ। ਤੁਸੀਂ ਮੇਰੀ ਨੌਕਰੀ ਬਚਾ ਦਿਓ, ਤੁਸੀਂ ਆਪ ਇਸ ਕੇਸ ਤੇ ਖੜੇ ਹੋ ਜਾਓ ਔਰ ਦੱਸੋ ਬਈ ਇਹ ਕੋਰਟ ਤਾਂ ਲੋਅਰ ਕੋਰਟ ਦੇ ਵਿੱਚ ਕੇਸ ਚੱਲਦੇ ਪਏ ਨੂੰ ਉੱਪਰ ਸੁਣਵਾਈ ਕਾਹਦੀ ਹੋ ਰਹੀ ਹੈ, ਔਰ ਇਸ ਚੀਜ਼ ਦਾ ਆਬਜੈਕਸ਼ਨ ਕੀ ਹੈ, ਇਸ ਚੀਜ਼ ਦਾ ਕੀ ਆਬਜੈਕਸ਼ਨ ਹੈ ਵੀ ਇਕੱਲੇ ਬੰਦੇ ਦੇ ਸਾਈਨ ਹੋਏ ਹੈ। ਠੀਕ ਹੈ ਨਾ। ਸੋ ਫੁਲਕਾ ਸਾਹਿਬ ਨੇ ਆਖਰਕਾਰ ਕੀ ਕਿਹਾ ਕਿ ਮੇਰਾ ਸਟੈਂਡਰਡ ਹੈ, ਮੇਰਾ ਇੱਕ ਲੈਵਲ ਹੈ, ਮੇਰਾ ਇੱਕ ਪ੍ਰੋਟੋਕੋਲ ਹੈ, ਮੈਂ ਸੁਪਰੀਮ ਕੋਰਟ ਤੋਂ ਥੱਲੇ ਦੀ ਅਦਾਲਤ ਵਿੱਚ ਜਾਣਾ ਆਪਣੀ ਤੋਹੀਨ ਸਮਝਦਾ। ਕਹਿਣ ਦਾ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਇਸ ਗੱਲ ਨੂੰ ਨਹੀਂ ਗੰਭੀਰਤਾ ਨਾਲ ਲਿਆ ਗਿਆ, ਆਪਣੀ ਜਿਹੜੀ ਹੈ ਉਹ ਦੇਖ ਜ਼ਿਆਦਾ ਉਹ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਇਹ ਕੋਈ ਹੋਰ ਮਾਮਲਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਮਾਮਲਾ ਹੈ ਔਰ ਤੁਹਾਡੀ ਆਸਥਾ ਹੈ, ਤੁਸੀਂ ਕਿਰਪਾ ਕਰਕੇ ਤੁਸੀਂ ਕਹਿੰਦੇ ਹੋ ਸੁਪਰੀਮ ਕੋਰਟ ਜਾਂ ਹਾਈ ਕੋਰਟ, ਤੁਸੀਂ ਫਰੀਦਕੋਟ ਵੀ ਆਓ, ਤੁਹਾਨੂੰ ਫਰੀਦਕੋਟ ਦੀ ਕੋਰਟ ਵਿੱਚ ਵੀ ਆਉਣਾ ਚਾਹੀਦਾ। ਕਹਿਣ ਨੂੰ ਆਪਾਂ ਇਹ ਗੱਲ ਕਹਿ ਸਕਦੇ ਹਾਂ ਜੀ, ਕਾਫੀ ਆਪਾਂ ਵਧੀਆ ਲੰਬੀ ਗੱਲਬਾਤ ਹੋ ਗਈ ਆ। ਆਪਾਂ ਕਹਿਣ ਨੂੰ ਆਪਾਂ ਮੈਨੂੰ ਲੱਗਦਾ ਇਹ ਕਹਿ ਸਕਦੇ ਹਾਂ ਕਿ ਇਸ ਹਮਾਮ ਵਿੱਚ ਸਾਰੇ ਨੰਗੇ ਨਜ਼ਰ ਆ ਰਹੇ ਆ। ਇੱਥੇ ਆਸਥਾ ਦਾ ਪ੍ਰਗਟਾਵਾ ਕਰਨ ਵਾਲੇ ਵੀ ਜਿਹੜੇ ਆ ਉਹ ਆਸਥਾ ਦੇ ਖਰੇ ਉਤਰਦੇ ਨਜ਼ਰ ਨਹੀਂ ਆ ਰਹੇ, ਔਰ ਇੱਕ ਗੈਰ ਸਿੱਖ ਕਹਿ ਸਕਦੇ ਆਪਾਂ ਜਿਹੜਾ ਇੱਕ IP ਅਫਸਰ ਆ ਉਹ ਇੱਕ ਸਾਡੇ ਲੋਕਾਂ ਵਾਸਤੇ ਇੱਕ ਨਵੀਂ ਉਮੀਦ ਦੀ ਕਿਰਨ ਵਾਂਗੂ ਅੱਗੇ ਆਇਆ, ਜਿਵੇਂ ਕਿ ਜਿਹੜੀ ਸਮਝੋ ਕਿ ਕੁਰਬਾਨੀ ਤੇ ਕੁਰਬਾਨੀ ਦਿੰਦਾ ਜਾ ਰਿਹਾ ਔਰ ਲੜਾਈ ਲੜ ਰਿਹਾ, ਸੰਘਰਸ਼ ਲੜ ਰਿਹਾ। ਔਰ ਮੈਨੂੰ ਲੱਗਦਾ ਕਿ ਸਾਡੀ ਜਨਤਾ ਜਿਹੜੀ ਹੈ ਇਸ ਗੱਲ ਦੇ ਸੋਸ਼ਲ ਮੀਡੀਆ ਤੇ ਬੜਾ ਉਹਨਾਂ ਦਾ ਕਾਫੀ ਚਰਚਾ ਚੱਲ ਰਹੀ ਹੈ। ਮੈਂ ਸਾਰੇ ਸਿਲਸਿਲੇ ਨੂੰ ਦੇਖ ਕੇ ਪਤਾ ਕੀ ਸੋਚਦਾ ਕਿ ਬਹੁਤ ਗਲਤ ਕੀਤਾ ਅੰਗਰੇਜ਼ਾਂ ਕੋਲੋਂ ਦੇਸ਼ ਦੀ ਆਜ਼ਾਦੀ ਲੈਣ ਦੀ। ਘੱਟੋ ਘੱਟ ਉਹਨਾਂ ਲੋਕਾਂ ਦੇ ਸ਼ਾਸਕ ਹੁੰਦੇ ਹੋਏ ਆਪਣੇ ਪਰਸਨਲ ਇੰਟਰਸਟ ਤਾਂ ਨਹੀਂ ਸੀ ਹੈਗੇ ਨਾ, ਉਹਨਾਂ ਨੇ ਅਗਲੀ ਸੱਤਾ ਲੈਣ ਦੀ, ਅਗਲੀ ਨੌਕਰੀ ਲੈਣ ਦੀ ਇਦਾਂ ਦੇ ਖੇਲ ਤਾਂ ਨਹੀਂ ਸੀ ਖੇਲਦੇ। ਉਹਨਾਂ ਦੇ ਬੱਚਿਆਂ ਨੇ, ਚਾਚਿਆਂ ਨੇ, ਭਤੀਜਿਆਂ ਨੇ, ਮਾਮਿਆਂ ਨੇ, ਤਾਇਆਂ ਨੇ ਸਿਆਸਤ ਵਿੱਚ ਆ ਕੇ ਕੰਮ ਤਾਂ ਨਹੀਂ ਸੀ ਕਰਨਾ ਚਾਹੁੰਦੇ। ਇਹ ਲੋਕ ਆਪਣੀਆਂ ਗੱਦੀਆਂ ਬਚਾਉਣ ਲਈ, ਆਪਣੀਆਂ ਕੁਰਸੀਆਂ ਬਚਾਉਣ ਲਈ ਇਹ ਲੋਕ ਕੀ ਕਰਦੇ ਆ? ਨਹੀਂ, ਇਹ ਗੱਲ ਆਪਾਂ ਪੰਜਾਬ ਦੇ ਮਤਲਬ ਦੇ ਕਹਿੰਦੇ ਪੂਰੇ ਹਿੰਦੁਸਤਾਨ 'ਚ ਇਹੀ ਹਾਲ। ਦੇਖੋ ਜੀ ਗੱਲ ਪਤਾ ਕੀ ਹੈ, ਜਿੱਥੋਂ ਗਟਰ ਚੁੱਕੋਗੇ ਉੱਥੇ ਬੋ ਆਣੀ ਹੈ। ਔਰ ਪੰਜਾਬ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਐਡਾ ਜ਼ਿਆਦਾ ਹਨੇਰਗਰਦੀ ਹੋਈ ਹੈ, ਲੇਕਿਨ ਇੱਕ ਤੁਸੀਂ ਸੋਚੋ ਕਿ ਇੱਕ ਸੀਨੀਅਰ IPS ਅਫਸਰ ਦੇ ਨਾਲ ਹੋ ਸਕਦਾ ਹੈ ਤੇ ਇਸ ਸਟੇਟ ਦੇ ਵਿੱਚ ਇਹ ਜਿਹੜੀ ਸਟੇਟ ਚਲਾ ਰਹੇ ਆ ਇਹ ਸਿਆਸਤਦਾਨ, ਇਹ ਮਿਲ ਕੇ ਖੇਲਦੇ ਆ, ਇਹ ਇਹਨਾਂ ਦੇ ਹਿੱਤ ਸਾਂਝੇ ਆ, ਇਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀਆਂ ਨੇ, ਇਹ ਇੱਕ ਦੂਜੇ ਨਾਲ ਜੁੜੇ ਹੋਏ ਆ ਔਰ ਸਾਨੂੰ ਬੇਵਕੂਫ ਬਣਾ ਰਹੇ, ਜਨਤਾ ਨੂੰ ਬੇਵਕੂਫ ਬਣਾ ਰਹੇ। ਸਾਡੇ ਨਾਲ ਗੱਲਬਾਤ ਕਰਨ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਤੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਅਗਰ ਸਾਡੀ ਗੱਲਬਾਤ ਪਸੰਦ ਆਈ ਹੈ ਤੇ ਆਪਣੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ। ਬਹੁਤ ਬਹੁਤ ਧੰਨਵਾਦ।